ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਪਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿਤਿੰਦਰ ਸਿੰਘ ਰੰਧਾਵਾ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਹੁਣ ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਮੈਕਸੀਕੋ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲਿਜਾ ਰਹੀ ਬੱਸ ਹਾਦਸਾਗ੍ਰਸਤ, 17 ਲੋਕਾਂ ਦੀ ਮੌਤ, ਕਈ ਜ਼ਖਮੀ, ਮਨੁੱਖੀ ਤਸਕਰੀ ਦਾ ਮਾਮਲਾ। ਇੰਡੋ ਕੈਨੇਡੀਅਨ ਵਿਅਕਤੀ ਨੇ ਅਮਰੀਕਾ 'ਚ ਪ੍ਰਵਾਸੀਆਂ ਦੀ ਤਸਕਰੀ ਕਰਨ ਦਾ ਕਬੂਲਿਆ ਦੋਸ਼। ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਅਚਾਨਕ ਪਹੁੰਚੇ ਯੂਕਰੇਨ, ਜ਼ੈਲੈਂਸਕੀ ਨਾਲ ਮੁਲਾਕਾਤ ਕਰ ਦਿੱਤੇ ਨੇ ਕਈ ਵੱਡੇ ਐਲਾਨ। ਅਮਰੀਕੀ ਰਾਸ਼ਟਰਪਤੀ ਬਾਈਡਨ ਵੱਲੋਂ ਯੂਕਰੇਨ ਪਹੁੰਚਣ ਤੇ ਯੂਕਰੇਨ ਨੂੰ $500 ਮਿਲੀਅਨ ਦੇਣ ਦਾ ਕੀਤਾ ਗਿਆ ਐਲਾਨ। ਅਮਰੀਕਾ 'ਚ ਬੰਦੂਕ ਹਿੰਸਾ ਦਾ ਅਸਰ, ਸਕੂਲਾਂ ਦੀ ਸੁਰੱਖਿਆ ਦਾ ਵਪਾਰ, 25,000 ਕਰੋੜ ਤੋਂ ਪਾਰ ਕੀਤੇ ਹਾਈ-ਟੈਕ ਪ੍ਰਬੰਧ। ਅਮਰੀਕਾ ਦੇ ਹਵਾਈ ਅੱਡਿਆਂ ਤੇ ਰਿਕਾਰਡ 6,542 ਹਥਿਆਰ ਕੀਤੇ ਗਏ ਜ਼ਬਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਮੈਕਸੀਕੋ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਪਲਟਣ ਦੇ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਨਿਊਜ਼ ਏਜੰਸੀ ਰਾਇਟਰਸ ਨੇ ਪੋਇਵਾਲਾ ਰਾਜ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਵੈਨਜ਼ੂਏਲਾ, ਕੋਲੰਬੀਆ ਤੇ ਮੱਧ ਅਮਰੀਕਾ ਤੋਂ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਮੱਧ ਮੈਕਸੀਕੋ ਵਿੱਚ ਪਲਟ ਗਈ। ਪੋਇਵਾਲਾ ਦੇ ਗ੍ਰਹਿ ਮੰਤਰੀ ਜੂਲੀਓ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਹਾਦਸਾ ਐਤਵਾਰ ਦੁਪਹਿਰ ਨੂੰ ਹਾਈਵੇ ਤੇ ਵਾਪਰਿਆ ਜਦੋਂ ਬੱਸ 45 ਯਾਤਰੀਆਂ ਨੂੰ ਲੈ ਕੇ ਉੱਤਰ ਵੱਲ ਜਾ ਰਹੀ ਸੀ। ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਹਾਦਸੇ ਵਿੱਚ 15 ਲੋਕਾਂ ਦੀ ਮੌਤ ਹੋ ਗਈ। 15 ਹੋਰ ਹਸਪਤਾਲ 'ਚ ਦਾਖਲ ਸਨ, ਜਿਨ੍ਹਾਂ ਵਿੱਚ 2 ਦੇ ਬਾਅਦ ਵਿੱਚ ਮੌਤ ਹੋਈ। 5 ਹੋਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਯਾਤਰੀ ਬੱਸ ਟਰਸ ਟੂਰਿਸਟਿਕਸ ਮੈਡੀਨਾ ਨਾਮਕ ਇੱਕ ਨਿੱਜੀ ਬੱਸ ਲਾਈਨ ਦੁਆਰਾ ਚਲਾਈ ਜਾਂਦੀ ਹੈ। ਦੱਖਣੀ ਮੈਕਸੀਕੋ ਦੇ ਤਾਪਾਚੋਲਾ ਤੋਂ ਮੈਕਸੀਕੋ ਸਿਟੀ ਜਾ ਰਹੀ ਸੀ। ਹਾਦਸੇ ਵਿੱਚ ਮਰਨ ਵਾਲੇ 17 ਲੋਕ ਵਿੱਚ ਬੱਸ ਦਾ ਡਰਾਈਵਰ ਅਤੇ ਉਸ ਦਾ ਸਹਾਇਕ ਸ਼ਾਮਲ ਹੈ। ਦੱਸਿਆ ਜਾ ਰਿਹਾ ਕਿ ਪ੍ਰਵਾਸੀ ਅਕਸਰ ਮੈਕਸੀਕੋ ਨੂੰ ਪਾਰ ਕਰਕੇ ਅਮਰੀਕੀ ਸਰਹੱਦ ਤੇ ਜਾਣ ਦੇ ਲਈ ਖਤਰਨਾਕ ਰਸਤਿਆਂ ਦੀ ਵਰਤੋਂ ਕਰਦੇ ਨੇ। ਕੋਲੰਬੀਆ ਦੇ ਵਿਦੇਸ਼ ਮੰਤਰਾਲਾ ਨੇ ਪੁਸ਼ਟੀ ਕੀਤੀ ਹੈ ਕਿ ਇੱਕ 56 ਸਾਲਾ ਕੋਲੰਬੀਆ ਦਾ ਵਿਅਕਤੀ ਮਰਨ ਵਾਲਿਆਂ 'ਚ ਸ਼ਾਮਲ ਹੈ ਅਤੇ ਕੋਲੰਬੀਆ ਦੇ 3 ਬੱਚਿਆਂ ਨੂੰ ਪੋਏਵੇਲਾ ਦੇ ਇੱਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਭਾਰਤੀ ਕੈਨੇਡੀਅਨ ਰਜਿੰਦਰਪਾਲ ਸਿੰਘ ਨੇ ਕੈਨੇਡਾ ਦੇ ਰਸਤੇ ਪ੍ਰਵਾਸੀਆਂ ਨੂੰ ਅਮਰੀਕਾ ਲਿਜਾਣ ਵਾਲੇ ਇੱਕ ਮਨੁੱਖੀ ਤਸਕਰੀ ਦੇ ਰਿੰਗ ਨਾਲ ਤਾਲਮੇਲ ਕਰਨ ਦੇ ਲਈ $5 ਲੱਖ ਤੋਂ ਵੱਧ ਪ੍ਰਾਪਤ ਕਰਨ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸਿੰਘ ਨੂੰ ਪਿਛਲੇ ਸਾਲ ਮਈ ਦੇ ਵਿੱਚ ਵਾਸ਼ਿੰਗਟਨ 'ਚ ਗ੍ਰਿਫਤਾਰ ਕੀਤਾ ਗਿਆ ਸੀ। CBC ਨਿਊਜ਼ ਦੇ ਅਨੁਸਾਰ ਸਿਆਟਲ ਵਿਖੇ ਅਮਰੀਕੀ ਜ਼ਿਲ੍ਹਾ ਅਦਾਲਤ ਵਾਸ਼ਿੰਗਟਨ ਦੇ ਪੱਛਮੀ ਜ਼ਿਲ੍ਹੇ ਵਿੱਚ ਇੱਕ ਪਟੀਸ਼ਨ ਸਮਝੌਤੇ ਤੇ ਸੁਣਵਾਈ ਦੇ ਦੌਰਾਨ ਸਿੰਘ ਨੂੰ ਮੁਨਾਫੇ ਲਈ ਕੁਝ ਪਰਦੇਸੀ ਲੋਕਾਂ ਨੂੰ ਟਰਾਂਸਪੋਰਟ ਕਰਨ, ਉਹਨਾਂ ਨੂੰ ਬੰਦਰਗਾਹ ਦੇਣ ਅਤੇ ਮਨੀ ਲਾਂਡਰਿੰਗ ਕਰਨ ਦੀ ਸਾਜ਼ਿਸ਼ ਦੇ ਲਈ ਦੋਸ਼ੀ ਮੰਨਿਆ। ਉਸ ਦੀ ਸਜ਼ਾ 9 ਮਈ ਨੂੰ ਸੁਣਾਈ ਜਾਏਗੀ। ਪਿਛਲੇ ਸਾਲ ਅਕਤੂਬਰ ਵਿੱਚ 5th ਅਸਟੇਟ ਨੇ ਰਿਪੋਰਟ ਦਿੱਤੀ ਸੀਗੀ ਕਿ ਸਿੰਘ ਜਨਵਰੀ 2022 'ਚ ਕੈਨੇਡਾ ਅਮਰੀਕਾ ਸਰਹੱਦ ਤੇ ਪਟੇਲ ਪਰਿਵਾਰ ਦੀ ਦਰਦਨਾਕ ਢੰਗ ਨਾਲ ਹੋਈ ਮੌਤ ਦੀ ਮੈਨੀਟੋਬਾ RCMP ਜਾਂਚ ਵਿੱਚ ਦਿਲਚਸਪੀ ਵਾਲਾ ਵਿਅਕਤੀ ਬਣ ਗਿਆ ਸੀ। 19 ਜਨਵਰੀ 2022 ਨੂੰ 3 ਸਾਲਾ ਧਾਰਮਿਕ ਪਟੇਲ ਦੀਆਂ ਲਾਸ਼ਾਂ ਉਸ ਦੀ 1 ਸਾਲ ਦੀ ਭੈਣ ਵਿਹਾਂਗੀ ਪਟੇਲ, ਉਸ ਦੀ 37 ਸਾਲਾ ਮਾਂ ਵਿਸ਼ਾਲੀ ਪਟੇਲ ਅਤੇ ਉਹਨਾਂ ਦੇ ਪਿਤਾ 39 ਸਾਲਾ ਜਗਦੀਸ਼ ਪਟੇਲ ਸਮੇਤ ਵਿਨੀਪੈਗ ਤੋਂ ਲਗਭਗ 100 ਕਿਲੋਮੀਟਰ ਦੱਖਣ ਵਿੱਚ ਐਮਨਸਨ ਦੇ ਪੂਰਬ ਵਿੱਚ ਬਰਫ਼ ਨਾਲ ਢਕੇ ਖੇਤ ਵਿੱਚ ਮਿਲੀਆਂ ਸੀ। ਦਾ 5th ਸਟੇਟ ਦੇ ਅਨੁਸਾਰ US ਜਾਂਚਕਰਤਾਵਾਂ ਨੇ ਸਿੰਘ ਦੀ ਨਿਗਰਾਨੀ ਕੀਤੀ ਸੀ। ਪ੍ਰਵਾਸੀਆਂ ਨੂੰ ਕੈਨੇਡੀਅਨ ਸਰਹੱਦ ਤੇ ਨੈਵੀਗੇਟ ਕਰਨ ਵਿੱਚ ਮਦਦ ਕਰਨ ਦੇ ਲਈ ਸਿੰਘ ਨੇ ਲਾਈਵ 360 ਐਪ ਦੀ ਵਰਤੋਂ ਕੀਤੀ। ਇੱਕ ਵਾਰ ਜਦੋਂ ਪ੍ਰਵਾਸੀ ਅਮਰੀਕਾ ਪਹੁੰਚ ਗਏ ਤਾਂ ਉਸਨੇ ਉਬੇਰ ਰਾਈਡ ਸ਼ੇਅਰ ਐਪ ਰਾਹੀਂ ਪਿਕਅਪ ਦਾ ਪ੍ਰਬੰਧ ਕੀਤਾ। ਰਿਪੋਰਟ ਦੇ ਅਨੁਸਾਰ ਸਿੰਘ ਨੇ ਆਪਣੀਆਂ ਸੇਵਾਵਾਂ ਦੇ ਲਈ ਪ੍ਰਤੀ ਵਿਅਕਤੀ $11,000 ਤੱਕ ਦਾ ਖਰਚਾ ਲਿਆ। US ਹੋਮਲੈਂਡ ਸਿਕਿਉਰਿਟੀ 2018 ਤੋਂ ਹੀ ਇਹਨਾਂ ਦੀ ਜਾਂਚ ਕਰ ਰਹੀ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸੋਮਵਾਰ ਨੂੰ ਯੂਕਰੇਨ ਦਾ ਅਣਐਲਾਨੀ ਦੌਰਾ ਕੀਤਾ। ਯੂਕਰੇਨ ਤੇ ਰੂਸ ਦੇ ਹਮਲੇ ਦਾ 1 ਸਾਲ ਪੂਰਾ ਹੋਣ ਤੋਂ ਕੁਝ ਦਿਨ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਬਾਈਡਨ ਦੀ ਇਸ ਯਾਤਰਾ ਨੂੰ ਇਕਜੁੱਟਤਾ ਦਿਖਾਉਣ ਦੇ ਕਦਮ ਵਜੋਂ ਦੇਖਿਆ ਜਾ ਰਿਹਾ। ਬਾਈਡਨ ਨੇ ਮੈਨੀਸਕੀ ਪੈਲੇਸ ਵਿੱਚ ਜ਼ੈਲੈਂਸਕੀ ਨਾਲ ਮੁਲਾਕਾਤ ਕੀਤੀ ਅਤੇ ਦੇਸ਼ ਨੂੰ $80 ਅਰਬ ਦੀ ਵਾਧੂ ਅਮਰੀਕੀ ਸਹਾਇਤਾ ਦਾ ਐਲਾਨ ਕੀਤਾ। ਬਾਈਡਨ ਨੇ ਯੂਕਰੇਨ ਦੇ ਲਈ ਅਮਰੀਕਾ ਅਤੇ ਹੋਰ ਸਹਿਯੋਗੀਆਂ ਦੇ ਸਮਰਥਨ ਨੂੰ ਦੁਹਰਾਇਆ ਕਿਉਂਕਿ ਸੰਘਰਸ਼ ਜਾਰੀ ਹੈ।
ਅਮਰੀਕੀ ਰਾਸ਼ਟਰਪਤੀ ਨੇ 1 ਸਾਲ ਪਹਿਲਾਂ ਪੈਦਾ ਹੋਏ ਡਰ ਦੇ ਮਾਹੌਲ ਨੂੰ ਯਾਦ ਕੀਤਾ ਜਦੋਂ ਇਹ ਡਰ ਸੀਗਾ ਕਿ ਰੂਸੀ ਹਮਲਾ ਜਲਦੀ ਹੀ ਯੂਕਰੇਨ ਦੀ ਰਾਜਧਾਨੀ ਤੇ ਕਬਜ਼ਾ ਕਰ ਸਕਦਾ ਹੈ। ਬਾਈਡਨ ਨੇ ਅਮਰੀਕੀ ਅਤੇ ਯੂਕਰੇਨੀ ਝੰਡਿਆਂ ਦੇ ਨਾਲ ਸੱਜੇ ਇੱਕ ਮੰਚ ਤੇ ਕਿਹਾ ਕਿ 1 ਸਾਲ ਬਾਅਦ ਕੀਵ ਮਜ਼ਬੂਤੀ ਨਾਲ ਖੜਾ ਹੈ, ਲੋਕਤੰਤਰ ਖੜਾ ਹੈ, ਅਮਰੀਕਾ ਤੁਹਾਡੇ ਨਾਲ ਖੜੇ ਨੇ ਅਤੇ ਦੁਨੀਆ ਤੁਹਾਡੇ ਨਾਲ ਖੜੀ ਹੈ। ਬਾਈਡਨ ਯੂਕਰੇਨ ਯੁੱਧ ਦੇ ਤੇਜ਼ ਹੋਣ ਦੇ ਡਰ ਦੇ ਵਿਚਕਾਰ ਉਸ ਦੀ ਮਦਦ ਦੇ ਲਈ ਸਹਿਯੋਗੀਆਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਜ਼ੈਲੈਂਸਕੀ ਸਹਿਯੋਗੀਆਂ ਨਾਲ ਕੀਤੇ ਵਾਅਦੇ ਦੇ ਅਨੁਸਾਰ ਹਥਿਆਰਾਂ ਦੀ ਸਪਲਾਈ ਨੂੰ ਤੇਜ਼ ਕਰਨ ਦੇ ਲਈ ਜ਼ੋਰ ਦੇ ਰਿਹਾ ਹੈ ਅਤੇ ਪੱਛਮੀ ਦੇਸ਼ਾਂ ਨੂੰ ਯੂਕਰੇਨ ਨੂੰ ਲੜਾਕੂ ਜਹਾਜ਼ਾਂ ਦੀ ਸਪਲਾਈ ਕਰਨ ਦੇ ਲਈ ਬੁਲਾ ਰਿਹਾ ਹੈ। ਹਾਲਾਂਕਿ ਬਾਈਡਨ ਹੁਣ ਤੱਕ ਇਸ ਤੋਂ ਇਨਕਾਰ ਕਰਦੇ ਰਹੇ ਨੇ। ਜ਼ੈਲੈਂਸਕੀ ਨੇ ਕਿਹਾ ਕਿ ਉਹਨਾਂ ਨੇ ਅਤੇ ਬਾਈਡਨ ਨੇ ਲੰਬੀ ਦੂਰੀ ਦੀ ਸਮਰੱਥਾ ਵਾਲੇ ਹਥਿਆਰਾਂ ਅਤੇ ਹੋਰ ਬਹੁਤ ਸਾਰੇ ਹਥਿਆਰਾਂ ਬਾਰੇ ਗੱਲ ਕੀਤੀ ਜੋ ਪਹਿਲਾਂ ਯੂਕਰੇਨ ਨੂੰ ਨਹੀਂ ਭੇਜੇ ਗਏ ਸੀ ਪਰ ਹੁਣ ਸਪਲਾਈ ਕੀਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਕੋਈ ਨਵਾਂ ਵਾਅਦਾ ਨਹੀਂ ਕੀਤਾ ਗਿਆ। ਬਾਈਡਨ ਦੀ ਕੀ ਫੇਰੀ ਅਤੇ ਉਸ ਤੋਂ ਬਾਅਦ ਵਾਰਸਾ ਦੀ ਫੇਰੀ ਇਹ ਸਪਸ਼ਟ ਕਰਦੀ ਹੈ ਕਿ ਯੂਕਰੇਨ ਤੋਂ ਰੂਸੀ ਫੌਜਾਂ ਨੂੰ ਪੂਰੀ ਤਰ੍ਹਾਂ ਬਾਹਰ ਕੱਢਣ ਤੱਕ ਅਮਰੀਕਾ ਉਸ ਦੇ ਨਾਲ ਖੜਾ ਹੋਣ ਦੇ ਲਈ ਤਿਆਰ ਹੈ। ਬਾਈਡਨ ਦੀ ਫੇਰੀ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਲਈ ਚੁਣੌਤੀ ਵਜੋਂ ਵੀ ਦੇਖਿਆ ਜਾ ਰਿਹਾ ਹੈ, ਜਿਸ ਨੂੰ ਉਮੀਦ ਸੀਗੀ ਕਿ ਉਹਨਾਂ ਦੀਆਂ ਫੌਜਾਂ ਦਿਨਾਂ ਦੇ ਅੰਦਰ ਕੀਵ ਤੇ ਕਬਜ਼ਾ ਕਰ ਲੈਣਗੀਆਂ। ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਅਮਰੀਕਾ ਨੇ ਇਸ ਦੌਰੇ ਬਾਰੇ ਮਾਸਕੋ ਨੂੰ ਅਗਾਊਂ ਸੂਚਨਾ ਦਿੱਤੀ ਸੀ ਜਾਂ ਨਹੀਂ। ਕਈ ਦਿਨਾਂ ਤੋਂ ਇਹ ਕਿਆਸ ਲਗਾਏ ਜਾ ਰਹੇ ਸੀਗੇ ਕਿ ਬਾਈਡਨ 24 ਫਰਵਰੀ ਰੂਸੀ ਹਮਲੇ ਦੇ 1 ਸਾਲ ਪੂਰਾ ਹੋਣ ਦੇ ਆਸ-ਪਾਸ ਕੀਵ ਦਾ ਦੌਰਾ ਕਰਨਗੇ। ਰਾਸ਼ਟਰਪਤੀ ਦੇ ਤੌਰ ਤੇ ਬਾਈਡਨ ਦਾ ਯੁੱਧ ਪ੍ਰਭਾਵਿਤ ਖੇਤਰ ਦਾ ਇਹ ਪਹਿਲਾ ਦੌਰਾ ਹੈ। ਇਸ ਤੋਂ ਪਹਿਲਾਂ ਉਹਨਾਂ ਦੇ ਪੂਰਵਜ ਡੋਨਾਲਡ ਟਰੰਪ, ਬਰਾਕ ਓਬਾਮਾ ਅਤੇ ਜਾਰਜ ਡਬਲਯੂ ਬੁਸ਼ ਨੇ ਆਪਣੇ ਕਾਰਜਕਾਲ ਦੇ ਦੌਰਾਨ ਅਫਗਾਨਿਸਤਾਨ ਅਤੇ ਇਰਾਕ ਦੇ ਅਚਾਨਕ ਦੌਰੇ ਕੀਤੇ ਅਤੇ ਉਹਨਾਂ ਦੇਸ਼ਾਂ ਦੇ ਅਮਰੀਕੀ ਸੈਨਿਕਾਂ ਤੇ ਨੇਤਾਵਾਂ ਦੇ ਨਾਲ ਮੁਲਾਕਾਤ ਕੀਤੀ। ਵਾਈਟ ਹਾਊਸ ਨੇ ਜੋ ਬਾਈਡਨ ਦੀ ਯੂਕਰੇਨ ਯਾਤਰਾ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ਦੇ ਮੁਤਾਬਕ ਉਹਨਾਂ ਨੇ ਕਿਹਾ ਕਿ ਉਹ ਯੂਕਰੇਨ ਤੇ ਅਮਰੀਕਾ ਦੇ ਸਮਰਥਨ ਦੀ ਚਰਚਾ ਦੇ ਲਈ ਰਾਸ਼ਟਰਪਤੀ ਜ਼ੈਲੈਂਸਕੀ ਅਤੇ ਉਹਨਾਂ ਦੀ ਟੀਮ ਨੂੰ ਮਿਲੇ। ਇਸ ਤੋਂ ਇਲਾਵਾ ਅਮਰੀਕਾ ਨੇ ਯੂਕਰੇਨ ਨੂੰ 500 ਮਿਲੀਅਨ ਅਮਰੀਕੀ ਡਾਲਰ ਦੇਣ ਦਾ ਐਲਾਨ ਕੀਤਾ ਹੈ। ਜੋ ਬਾਈਡਨ ਨੇ ਕਿਹਾ ਕਿ ਕਰੀਬ 1 ਸਾਲ ਪਹਿਲਾਂ ਜਦ ਪੁਤਿਨ ਨੇ ਹਮਲਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਲੱਗਾ ਕਿ ਯੂਕਰੇਨ ਕਮਜ਼ੋਰ ਹੈ। ਪੁਤਿਨ ਨੇ ਸੋਚਿਆ ਕਿ ਉਹ ਸਾਡੇ ਨਾਲੋਂ ਅੱਗੇ ਨਿਕਲ ਸਕਦੇ ਨੇ, ਲੇਕਿਨ ਉਹ ਗਲਤ ਸਨ। ਇਸ ਬਿਆਨ ਦੇ ਮੁਤਾਬਕ ਅਮਰੀਕਾ ਯੂਕਰੇਨ ਨੂੰ ਹਵਾਈ ਬੰਬਾਰੀ ਤੋਂ ਬਚਾਉਣ ਵਿੱਚ ਮਦਦ ਕਰਨ ਦੇ ਲਈ ਤੋਪਖਾਨੇ, ਗੋਲਾ ਬਾਰੂਦ, ਐਂਟੀ ਆਰਮਰ ਸਿਸਟਮ ਅਤੇ ਹਵਾਈ ਰਡਾਰ ਸਣੇ ਮਹੱਤਵਪੂਰਨ ਉਪਕਰਨਾਂ ਦੀ ਇੱਕ ਹੋਰ ਖੇਪ ਦੇਗਾ। ਦੱਸਦੇ ਚੱਲੀਏ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਚਾਨਕ ਯੂਕਰੇਨ ਦੀ ਰਾਜਧਾਨੀ ਕੀਵ ਪੁੱਜ ਗਏ। ਬਾਈਡਨ ਦੀ ਯੂਕਰੇਨ ਫੇਰੀ ਬਾਰੇ ਕਿਸੇ ਨੂੰ ਭਿਣਕ ਵੀ ਨਾ ਲੱਗੀ ਅਤੇ ਜ਼ੈਲੈਂਸਕੀ ਉਹਨਾਂ ਦਾ ਸਵਾਗਤ ਕਰਦੇ ਨਜ਼ਰ ਆਏ। ਦੱਸਿਆ ਜਾ ਰਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਰੇਲ ਗੱਡੀ ਰਾਹੀਂ ਕੀਵ ਪਹੁੰਚੇ। ਅਮਰੀਕਾ ਦੇ ਵਿਦਿਅਕ ਅਦਾਰਿਆਂ ਅਤੇ ਸਥਾਨਕ ਸਥਾਨਾਂ ਤੇ ਲਗਾਤਾਰ ਵੱਧ ਰਹੀ ਬੰਦੂਕ ਹਿੰਸਾ ਕਾਰਨ ਮਾਪੇ ਅਤੇ ਸਕੂਲ ਪ੍ਰਸ਼ਾਸਨ ਪਰੇਸ਼ਾਨ ਨੇ ਅਤੇ ਇਸ ਨੂੰ ਰੋਕਣ ਦੇ ਲਈ ਕਈ ਪਹਿਲੂਆਂ ਤੇ ਵਿਚਾਰ ਕੀਤਾ ਜਾ ਰਿਹਾ। ਸਕੂਲੀ ਅਧਿਕਾਰੀਆਂ ਵੱਲੋਂ ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਦੀ ਤਿਆਰੀ ਕਰਨਾ ਆਮ ਗੱਲ ਹੋ ਗਈ ਹੈ। ਜ਼ੁਵਾਲਡੇ ਟੈਕਸਾਸ ਐਲੀਮੈਂਟਰੀ ਸਕੂਲ ਵਿੱਚ ਪਿਛਲੇ ਸਾਲ ਦੇ ਕਤਲੇਆਮ ਅਤੇ ਮਿਸ਼ੀਗਨ ਯੂਨੀਵਰਸਿਟੀ ਦੇ ਕੈਂਪਸ ਵਿੱਚ ਬੰਦੂਕ ਨਿਯੰਤਰਣ ਬਾਰੇ ਬਹਿਸ ਮੁੜ ਸ਼ੁਰੂ ਹੋ ਗਈ ਹੈ। ਸਕੂਲੀ ਬੱਚਿਆਂ ਅਤੇ ਹੋਰ ਲੋਕਾਂ ਨੂੰ ਕਤਲੇਆਮ ਤੋਂ ਬਚਾਉਣ ਦੇ ਲਈ ਕੰਮ ਕਰਨ ਵਾਲੀਆਂ ਕੰਪਨੀਆਂ ਦਾ ਟਰਨਓਵਰ 25,000 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਇਹ ਕੰਪਨੀਆਂ ਆਟੋਮੈਟਿਕ ਲੌਕਿੰਗ ਦਰਵਾਜ਼ੇ, ਬੁਲੇਟ ਰੋਧਕ ਟੇਬਲ, ਮਜ਼ਬੂਤ ਬੈਕਅਪ, ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਪ੍ਰਦਾਨ ਕਰਦੀ ਹੈ ਜੋ ਬੰਦੂਕਾਂ ਦੇ ਸਥਾਨ ਦਾ ਪਤਾ ਲਗਾਉਂਦੀ ਹੈ। ਹਮਲੇ ਦੇ ਦੌਰਾਨ ਘਬਰਾਹਟ ਤੋਂ ਬਚਣ ਦੇ ਲਈ ਉਹ ਸਾਹ ਨੂੰ ਰੋਕਣ ਸਮੇਤ ਕਈ ਹੋਰ ਅਭਿਆਸਾਂ ਦੀ ਸਿਖਲਾਈ ਦਿੰਦੀ ਹੈ। ਸ਼ੂਟਰ ਦੀਆਂ ਅੱਖਾਂ ਤੇ ਪੈਨਸਲ ਨਾਲ ਹਮਲਾ ਕਰਨ ਵਰਗੀਆਂ ਚਾਲਾਂ ਵੀ ਸਿਖਾਈਆਂ ਜਾਂਦੀਆਂ ਨੇ। ਬਹੁਤ ਸਾਰੇ ਖੇਤਰਾਂ ਦੇ ਵਿੱਚ ਅਧਿਆਪਕਾਂ ਦਾ ਬੰਦੂਕ ਲੈ ਕੇ ਜਾਣ ਦੀ ਛੋਟ ਵੀ ਦਿੱਤੀ ਗਈ ਹੈ। ਕੁਝ ਸਕੂਲ ਅਧਿਆਪਕਾਂ ਨੂੰ ਬੰਦੂਕਾਂ ਚਲਾਉਣ ਦੀ ਸਿਖਲਾਈ ਦਿੰਦੇ ਨੇ। ਅਮਰੀਕੀ ਸੰਸਦ ਨੇ ਸਕੂਲਾਂ ਵਿੱਚ ਸੁਰੱਖਿਆ ਉਪਾਵਾਂ ਦੇ ਲਈ 2900 ਕਰੋੜ ਰੁਪਏ ਮਨਜ਼ੂਰ ਕੀਤੇ ਨੇ। ਦੂਜੇ ਪਾਸੇ ਮਾਹਿਰ ਸਕੂਲ ਸੁਰੱਖਿਆ ਉਦਯੋਗ ਦੇ ਉਤਪਾਦਾਂ ਤੇ ਸੇਵਾਵਾਂ ਦੀ ਪ੍ਰਭਾਵਸ਼ੀਲਤਾ ਤੇ ਸਵਾਲ ਉਠਾਉਂਦੇ ਨੇ। ਉਦਯੋਗ ਨੂੰ ਸਕੂਲ ਗੋਲੀਬਾਰੀ ਤੋਂ ਲਾਭ ਹੋ ਰਿਹਾ। ਜੌਨਸ ਹੌਪਕਿੰਸ ਸੈਂਟਰ ਫਾਰ ਸੇਫ ਐਂਡ ਹੈਲਥੀ ਸਕੂਲ ਦੇ ਡਾਇਰੈਕਟਰ ਆਡਿਸ ਜੌਨਸਨ ਕਹਿੰਦੇ ਨੇ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਕਿ ਇਹਨਾਂ ਕੰਪਨੀਆਂ ਦੇ ਉਤਪਾਦ ਪ੍ਰਭਾਵਸ਼ਾਲੀ ਰਹੇ। ਸਕੂਲਾਂ ਵਿੱਚ ਸਖਤ ਸੁਰੱਖਿਆ ਉਪਾਅ ਇਹ ਪ੍ਰਭਾਵ ਪੈਦਾ ਕਰਦੇ ਨੇ ਕਿ ਬੰਦੂਕੀ ਹਿੰਸਾ ਅਮਰੀਕਾ ਵਿੱਚ ਆਮ ਜਨਜੀਵਨ ਦਾ ਹਿੱਸਾ ਹੈ। ਇਸ ਲਈ ਹਿੰਸਾ ਖਤਮ ਕਰਨ ਦੇ ਉਪਾਅ ਨਾਲੋਂ ਬਿਹਤਰ ਇਹ ਸਮਝਿਆ ਜਾ ਰਿਹਾ ਕਿ ਇਸ ਦੇ ਬਚਾਅ ਲਈ ਉਪਾਅ ਕੀਤੇ ਜਾਣ। ਹਿੰਸਾ ਦੇ ਵਧਣ ਦੇ ਖਤਰੇ ਦੇ ਨਾਲ ਸੁਰੱਖਿਆ ਉਦਯੋਗ ਉਹਨਾਂ ਨੂੰ ਰੋਕਣ ਦੇ ਲਈ ਨਵੇਂ ਤਰੀਕੇ ਲੈ ਕੇ ਆ ਰਿਹਾ ਹੈ। ਸਕੂਲੀ ਗੋਲੀਬਾਰੀ ਆਮ ਹੁੰਦੀ ਜਾ ਰਹੀ ਹੈ। ਸੁਰੱਖਿਆ ਉਦਯੋਗ ਨੇ ਡੇਅਰੀ ਕਿਸਾਨਾਂ, ਗੋਲਫ ਕੋਰਸ ਪ੍ਰਬੰਧਨਾਂ ਅਤੇ ਹੋਰ ਥਾਵਾਂ ਤੇ ਆਪਣੇ ਸਾਲਾਨਾ ਕਾਨਫਰੰਸ ਦਾ ਆਯੋਜਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਅਮਰੀਕਾ ਵਿੱਚ ਆਵਾਜਾਈ ਸੁਰੱਖਿਆ ਪ੍ਰਸ਼ਾਸਨ ਨੇ ਪਿਛਲੇ ਸਾਲ ਹਵਾਈ ਅੱਡਿਆਂ ਤੇ 6542 ਬੰਦੂਕਾਂ ਜ਼ਬਤ ਕੀਤੀਆਂ। मतलब हवाई अड्डे ते प्रतिदिन जांच के दौरान लगभग 18 बंदूकां फड़ियां गईयां। पिछले साल अमेरिका के हवाई अड्डियां ते जब्त किए गए हथियारों की यह सब तो वड्डी गिनती है और इस गल का संकेत भी है कि अमेरिका लोगों च हथियारों की दौड़ चिंताजनक तौर पर वध रही है। TSA प्रशासक डेविड ने कहा है कि ਅਸੀਂ ਆਪਣੀਆਂ ਚੈੱਕ ਪੁਆਇੰਟਾਂ ਤੇ ਜੋ ਦੇਖ ਰਹੇ ਹਾਂ ਉਹ ਸਾਡੇ ਸਮਾਜ ਦੀ ਅਸਲੀਅਤ ਨੂੰ ਦਰਸਾਉਂਦਾ ਹੈ ਕਿ ਵੱਧ ਤੋਂ ਵੱਧ ਲੋਕ ਹਥਿਆਰ ਲੈ ਕੇ ਜਾ ਰਹੇ ਨੇ। ਮਹਾਮਾਰੀ ਦੇ ਦੌਰਾਨ 2020 ਦੇ ਸਮੇਂ ਨੂੰ ਛੱਡ ਕੇ 2010 ਦੇ ਬਾਅਦ ਤੋਂ ਹਵਾਈ ਅੱਡੇ ਦੀ ਜਾਂਚ ਦੇ ਦੌਰਾਨ ਮਿਲੇ ਹਥਿਆਰਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋਇਆ ਹੈ। ਇਹਨਾਂ ਵਿੱਚੋਂ ਬਹੁਤਿਆਂ ਨੇ ਦਾਅਵਾ ਕੀਤਾ ਹੈ ਕਿ ਉਹ ਭੁੱਲ ਗਏ ਸਨ ਕਿ ਉਹਨਾਂ ਕੋਲ ਇੱਕ ਹਥਿਆਰ ਸੀ। ਹਾਲਾਂਕਿ ਉਹਨਾਂ ਨੇ ਮੰਨਿਆ ਕਿ ਇੱਕ ਹਥਿਆਰ ਦਾ ਹਵਾਈ ਜਹਾਜ਼ ਵਿੱਚ ਗਲਤ ਹੱਥਾਂ 'ਚ ਜਾਣਾ खतरनाक हो सकता है। पोक्सो ने कहा है कि बर्बैंक कैलीफोर्निया तो लैके बेंगौर मेन तक हवाई अड्डियां ते हथियार जबत किए गए हैं, पर यह उन्होंने खेतरां 'च वड्डे हवाई अड्डियां ते वधेरे हुंदा है जिथे कानून बंदूक रखण दे लई वधेरे अनुकूल हुंदे ने। 2022 ਵਿੱਚ ਹਥਿਆਰਾਂ ਦੀ ਪ੍ਰਾਪਤੀ ਦੇ ਲਈ ਚੋਟੀ ਦੀ 10 ਸੂਚੀ ਵਿੱਚ ਟੈਕਸਾਸ ਵਿੱਚ ਡਲਾਸ, ਆਸਟਿਨ ਅਤੇ ਹਿਊਸਟਨ, ਫਲੋਰੀਡਾ 'ਚ 3 ਹਵਾਈ ਅੱਡੇ ਤੇ ਟੈਨੇਸੀ ਵਿੱਚ ਨੈਸ਼ਵਿਲ, ਅਟਲਾਂਟਾ, ਫਿਨਿਕਸ ਅਤੇ ਡੇਨਵਰ ਸ਼ਾਮਲ ਨੇ। अमरीका ਵਿੱਚ ਇੱਕ ਹੋਰ ਸ਼ੱਕੀ ਗੁਬਾਰਾ ਦਿਖਾਈ ਦਿੱਤਾ ਜੋ ਹਵਾਈ ਦੇ ਆਸਮਾਨ ਦੇ ਵਿੱਚ 50,000 ਫੁੱਟ ਦੀ ਉਚਾਈ ਤੇ ਉੱਡ ਰਿਹਾ ਸੀ। ਹਾਲਾਂਕਿ ਅਮਰੀਕੀ ਅਧਿਕਾਰੀਆਂ ਤੇ 에ਅਰ ਟ੍ਰੈਫਿਕ ਕੰਟਰੋਲ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ। ਇਸ ਤੋਂ ਪਹਿਲਾਂ 2 ਫਰਵਰੀ ਨੇ ਅਮਰੀਕਾ ਦੇ ਮੋਂਟਾਨਾ ਸ਼ਹਿਰ ਵਿੱਚ ਇੱਕ ਚੀਨੀ ਸਪਲਾਈ ਬੈਲੂਨ ਨਜ਼ਰ ਆਇਆ ਜਿਸ ਦੀ ਖਬਰ ਫੈਲੀ। ਇਸ ਨੂੰ 5 ਫਰਵਰੀ ਨੂੰ ਅਮਰੀਕੀ ਹਵਾਈ ਫੌਜ ਨੇ ਕੈਰੋਲਾਈਨਾ ਤੱਟ ਦੇ ਨੇੜੇ F-22 ਲੜਾਕੂ ਜਹਾਜ਼ ਨਾਲ ਭੰਨ ਦਿੱਤਾ ਸੀ। UAE ਵਿੱਚ ਹੋ ਰਹੇ ਇੱਕ ਹਥਿਆਰ ਮੇਲੇ 'ਚ ਰੂਸ ਨੇ ਆਪਣੇ ਹਥਿਆਰ ਵੇਚਣ ਦੇ ਲਈ ਲਾਏ ਨੇ। ਇਹਨਾਂ ਹਥਿਆਰਾਂ ਦੇ ਵਿੱਚ ਕਲਾਸ਼ਨੀਕੋਵ ਰਾਈਫਲ ਤੋਂ ਲੈ ਕੇ ਮਿਜ਼ਾਈਲ ਪ੍ਰਣਾਲੀਆਂ ਤੱਕ ਸ਼ਾਮਲ ਨੇ। ਯੂਕਰੇਨ ਵਿੱਚ ਰੂਸ ਵੱਲੋਂ ਛੇੜੀ ਜੰਗ ਨੂੰ ਸਾਲ ਹੋ ਚੱਲਿਆ ਹੈ। ਰੂਸ ਉੱਤੇ ਲੱਗੀਆਂ ਪਾਬੰਦੀਆਂ ਦੇ ਬਾਵਜੂਦ ਉਹ ਦੁਬਈ ਦੇ ਬੇਹੱਦ ਮਹਿੰਗੇ ਰੀਅਲ ਅਸਟੇਟ ਕਾਰੋਬਾਰ ਵਿੱਚ ਪੈਸਾ ਲਾ ਰਹੇ ਨੇ। ਮਾਸਕੋ ਤੇ ਦੁਬਈ ਵਿਚਾਲੇ ਉਡਾਣਾਂ ਵੀ ਲਗਾਤਾਰ ਚੱਲ ਰਹੀਆਂ ਨੇ। ਅਮਰੀਕਾ ਵੱਲੋਂ ਚਿੰਤਾ ਜ਼ਾਹਿਰ ਕਰਨ ਦੇ ਬਾਵਜੂਦ ਸੰਯੁਕਤ ਰਾਜ ਅਮੀਰਾਤ ਵਿੱਚ ਰੂਸੀ ਪੈਸਾ ਵੱਡੇ ਪੱਧਰ ਉੱਤੇ ਨਿਵੇਸ਼ ਹੋ ਰਿਹਾ ਹੈ। ਪਿਛਲੇ ਹਫਤੇ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਵਿੱਚ ਇੱਕ 43 ਸਾਲਾ ਵਿਅਕਤੀ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਜ਼ਖਮੀ ਹੋਏ 3 ਵਿਦਿਆਰਥੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਜਾਣਕਾਰੀ ਯੂਨੀਵਰਸਿਟੀ ਪੁਲਿਸ ਨੇ ਦਿੱਤੀ। ਇਸ ਗੋਲੀਬਾਰੀ ਦੇ ਵਿੱਚ 3 ਵਿਦਿਆਰਥੀਆਂ ਦੀ ਮੌਕੇ ਉੱਪਰ ਮੌਤ ਹੋ ਗਈ ਸੀ ਜਦਕਿ 5 ਹੋਰ ਜ਼ਖਮੀ ਹੋ ਗਏ ਸਨ। ਯੂਨੀਵਰਸਿਟੀ ਵਿੱਚ ਹਾਲਤ ਹੌਲੀ-ਹੌਲੀ ਆਮ ਵਾਂਗ ਹੋ ਰਹੇ ਨੇ। ਹਾਲਾਂਕਿ ਡਰ ਤੇ ਤਣਾਅ ਦਾ ਵਾਤਾਵਰਣ ਅਜੇ ਵੀ ਕਾਇਮ ਹੈ। ਯੂਨੀਵਰਸਿਟੀ ਦੇ ਅੰਤਰਿਮ ਮੁਖੀ ਤੇ ਕਾਰਜਕਾਰੀ ਉਪ ਪ੍ਰਧਾਨ ਅਕੈਡਮਿਕ ਮਾਮਲੇ ਥੌਮਸ ਨੇ ਕਿਹਾ ਕਿ ਗੋਲੀਬਾਰੀ ਦੀ ਘਟਨਾ ਦੇ 1 ਹਫ਼ਤੇ ਬਾਅਦ ਕਲਾਸਾਂ ਸ਼ੁਰੂ ਹੋਣ ਦੀ ਆਸ ਹੈ, ਪਰ ਉਹਨਾਂ ਕਮਰਿਆਂ ਦੇ ਵਿੱਚ ਕਲਾਸਾਂ ਨਹੀਂ ਲਈਆਂ ਜਾਣਗੀਆਂ ਜਿਨ੍ਹਾਂ ਵਿੱਚ ਹਮਲਾਵਰ ਨੇ ਵਿਦਿਆਰਥੀਆਂ ਦੀ ਹੱਤਿਆ ਕੀਤੀ ਸੀ ਜਾਂ ਜ਼ਖਮੀ ਕੀਤੇ ਸਨ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਕੱਲ੍ਹ ਤੋਂ ਯੂਨੀਵਰਸਿਟੀ ਕੈਂਪਸ ਵਿੱਚ ਜਾਣ ਤੇ ਰੈਗੂਲਰ ਕਲਾਸਾਂ ਲਾਉਣ ਤੇ ਕੰਮ ਕਰਨ ਦਾ ਫੈਸਲਾ ਲਿਆ ਹੈ। ਨਿਊਯਾਰਕ ਤੋਂ ਦਿੱਲੀ ਆ ਰਹੀ 에ਅਰ ਇੰਡੀਆ ਦੀ ਫਲਾਈਟ ਨੂੰ ਮੈਡੀਕਲ ਐਮਰਜੈਂਸੀ ਤੋਂ ਬਾਅਦ ਲੰਡਨ ਵੱਲ ਮੋੜ ਦਿੱਤਾ ਗਿਆ ਹੈ। ਸਿਰਫ ਇਹ ਦੱਸਿਆ ਗਿਆ ਹੈ ਕਿ ਔਨ ਬੋਰਡ ਐਮਰਜੈਂਸੀ ਤੋਂ ਬਾਅਦ ਫਲਾਈਟ ਨੂੰ ਲੰਡਨ ਵੱਲ ਮੋੜ ਦਿੱਤਾ ਗਿਆ ਹੈ। ਕੌਣ ਬਿਮਾਰ ਹੋਇਆ, ਕਿਸ ਨੂੰ ਸਮੱਸਿਆ ਆਈ, ਕੋਈ ਜਾਣਕਾਰੀ ਖਬਰ ਲਿਖੇ ਜਾਣ ਤੱਕ ਸਾਹਮਣੇ ਨਹੀਂ ਆਈ ਸੀ। ਦੱਸਿਆ ਜਾ ਰਿਹਾ ਕਿ ਜਹਾਜ਼ ਦੇ ਪਾਇਲਟ ਨੇ ਮੈਡੀਕਲ ਐਮਰਜੈਂਸੀ ਐਲਾਨੀ ਸੀ। ਇਸ ਦੀ ਤਰਫੋਂ ਸਕੁਐਡ 7700 ਕੀਤੇ ਜਾਣ ਦਾ ਜ਼ਿਕਰ ਸੀ। ਇਹ ਇੱਕ ਕੋਡ ਹੈ ਜਿਸ ਦਾ ਮਤਲਬ ਹੈ ਕਿ ਜਹਾਜ਼ ਵਿੱਚ ਕਿਸੇ ਤਰ੍ਹਾਂ ਦੀ ਐਮਰਜੈਂਸੀ ਵਾਪਰੀ ਹੈ। ਫਿਲਹਾਲ ਜਹਾਜ਼ ਹੀਥਰੋ ਹਵਾਈ ਅੱਡੇ ਉੱਤੇ ਉਤਰਿਆ। ਇਸ ਤੋਂ ਪਹਿਲਾਂ ਵੀ ਕਈ ਜਹਾਜ਼ ਇਸ ਤਰੀਕੇ ਦੇ ਨਾਲ ਡਾਇਵਰਟ ਕੀਤੇ ਜਾ ਚੁੱਕੇ ਨੇ। ਕਦੇ ਤਕਨੀਕੀ ਖਰਾਬੀ ਕਾਰਨ, ਕਦੇ ਖਰਾਬ ਮੌਸਮ ਕਾਰਨ ਫਲਾਈਟ ਡਾਇਵਰਟ ਹੋਈ। ਇਸ ਤੋਂ ਪਹਿਲਾਂ ਵੀ ਕਈ ਜਹਾਜ਼ਾਂ ਦੀ ਐਮਰਜੈਂਸੀ ਲੈਂਡਿੰਗ ਹੋ ਚੁੱਕੀ ਹੈ। 에ਅਰ ਇੰਡੀਆ ਤੋਂ ਲੈ ਕੇ ਇੰਡੀਗੋ ਤੱਕ ਕਈ ਜਹਾਜ਼ਾਂ ਨਾਲ ਅਜਿਹਾ ਦੇਖਿਆ ਗਿਆ। ਕੁਝ ਦਿਨ ਪਹਿਲਾਂ ਜ਼ੇਦਾ ਤੋਂ ਦਿੱਲੀ ਆ ਰਹੀ ਇੰਡੀਗੋ ਦੀ ਫਲਾਈਟ ਜੋਧਪੁਰ ਵਿੱਚ ਐਮਰਜੈਂਸੀ ਲੈਂਡਿੰਗ ਕੀਤੀ ਸੀ। ਇਹ ਫੈਸਲਾ ਫਲਾਈਟ ਵਿੱਚ ਬੈਠੇ ਇੱਕ ਯਾਤਰੀ ਦੀ ਸਿਹਤ ਵਿਗੜਨ ਤੋਂ ਬਾਅਦ ਲਿਆ ਗਿਆ ਸੀ। ਹਾਲਾਂਕਿ ਯਾਤਰੀ ਦੀ ਜਾਨ ਨਹੀਂ ਬਚਾਈ ਜਾ ਸਕੀ। ਸਵੇਰੇ ਉੱਠ ਕੇ ਕਿਸੇ ਨੂੰ ਪਤਾ ਲੱਗੇ ਕਿ ਉਸਦੇ ਸਰੀਰ ਦਾ ਇੱਕ ਅੰਗ ਅਚਾਨਕ ਰਾਤੋਂ ਰਾਤ ਗਾਇਬ ਹੋ ਗਿਆ, ਉਸ ਸਮੇਂ ਕੀ ਹਾਲ ਹੋਏਗਾ? ਕੁਝ ਅਜਿਹਾ ਹੀ ਹੋਇਆ ਅਮਰੀਕਾ ਦੇ ਫਲੋਰੀਡਾ ਦੇ ਵਿੱਚ ਰਹਿੰਦੇ 21 ਸਾਲਾ ਨੌਜਵਾਨ ਮਾਈਕਲ ਦੇ ਨਾਲ।
ਮਾਈਕਲ ਰਾਤ ਨੂੰ ਸੁੱਤਾ, ਸਵੇਰੇ ਜਦੋਂ ਉੱਠਿਆ ਤਾਂ ਉਸ ਦੀ ਇੱਕ ਅੱਖ ਨਹੀਂ ਸੀ, ਜਿਸ ਕਾਰਨ ਉਹ ਪਰੇਸ਼ਾਨ ਹੋ ਗਿਆ। ਆਖਿਰਕਾਰ ਉਸ ਦੀ ਇੱਕ ਅੱਖ ਕਿੱਥੇ ਗਾਇਬ ਹੋ ਗਈ? ਦਰਅਸਲ ਉਸ ਦੀ ਇੱਕ ਅੱਖ ਕੀੜੇ ਨੇ ਖਾ ਲਈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਮਾਈਕਲ ਪਿਛਲੇ 7 ਸਾਲਾਂ ਤੋਂ ਕੰਟੈਕਟ ਲੈਂਸ ਲਗਾ ਰਿਹਾ। ਕੰਟੈਕਟ ਲੈਂਸ ਲਗਾਉਣ ਵਾਲਿਆਂ ਨੂੰ ਸੌਣ ਤੋਂ ਪਹਿਲਾਂ ਉਹਨਾਂ ਨੂੰ ਉਤਾਰਨਾ ਵੀ ਹੁੰਦਾ ਹੈ, ਪਰ ਉਸ ਦਿਨ ਮਾਈਕਲ ਇਸ ਨੂੰ ਕੱਢਣਾ ਭੁੱਲ ਗਿਆ। ਰਾਤ ਨੂੰ ਉਸ ਦੇ ਬਿਸਤਰੇ ਤੇ ਪਰਜੀਵੀ ਚੜ ਗਿਆ ਤੇ ਉਸ ਦੀ ਅੱਖ ਖਾ ਲਈ। ਇੱਥੇ ਦੱਸ ਦਈਏ ਕਿ ਕੁਝ ਪਰਜੀਵੀ ਜਾਂ ਪੈਰਾਸਾਈਟਸ ਅਜਿਹੇ ਹੁੰਦੇ ਨੇ ਜੋ ਸਰੀਰ ਦੇ ਅੰਗਾਂ ਨੂੰ ਖਾਂਦੇ ਨੇ। ਸਵੇਰੇ ਜਦੋਂ ਮਾਈਕਲ ਉੱਠਿਆ ਤਾਂ ਉਸ ਦੀ ਅੱਖ ਵਿੱਚ ਅਸਹਿ ਦਰਦ ਹੋ ਰਿਹਾ ਸੀ, ਜਿਸ ਤੋਂ ਬਾਅਦ ਉਹ ਡਾਕਟਰ ਕੋਲ ਗਿਆ। ਡਾਕਟਰ ਨੇ ਜਦੋਂ ਮਾਈਕਲ ਦੀ ਅੱਖ ਦੇਖੀ ਤਾਂ ਹੈਰਾਨ ਰਹਿ ਗਿਆ, ਕਿਉਂਕਿ ਉਸ ਦੀ ਇੱਕ ਅੱਖ ਨੂੰ ਪੈਰਾਸਾਈਟ ਨੇ ਖਾ ਲਿਆ ਸੀ। ਪਹਿਲਾਂ ਤਾਂ ਮਾਈਕਲ ਨੂੰ ਯਕੀਨ ਨਹੀਂ ਹੋਇਆ, ਜਿਸ ਤੋਂ ਬਾਅਦ ਉਹ ਕਈ ਡਾਕਟਰਸ ਦੇ ਕੋਲ ਗਿਆ ਤਾਂ ਸਾਰਿਆਂ ਨੇ ਇਹੀ ਜਵਾਬ ਦਿੱਤਾ। ਪਿਛਲੇ 2 ਦਿਨਾਂ ਦੇ ਵਿੱਚ 1300 ਤੋਂ ਵੱਧ ਅਨਿਯਮਿਤ ਪ੍ਰਵਾਸੀ ਇਟਲੀ ਦੇ ਲੈਂਪੇਡੂਸਾ ਟਾਪੂ ਤੇ ਪਹੁੰਚੇ ਨੇ। ਸਥਾਨਕ ਮੀਡੀਆ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਏ ਨਿਊਜ਼ 24 ਦੇ ਅਨੁਸਾਰ ਲੀਬੀਆ ਅਤੇ ਟਿਊਨੀਸ਼ੀਆ ਤੇ ਕੁੱਲ 28 ਕਿਸ਼ਤੀਆਂ 1397 ਪ੍ਰਵਾਸੀਆਂ ਨੂੰ ਲੈ ਕੇ ਪਿਛਲੇ 48 ਘੰਟਿਆਂ ਦੇ ਵਿੱਚ ਲੈਂਪੇਡੂਸਾ ਪਹੁੰਚੀਆਂ। ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ ਐਗਰੀਜ਼ੈਂਟੋ ਗਵਰਨਰੋਟ ਕੁਝ ਪ੍ਰਵਾਸੀਆਂ ਨੂੰ ਲੈ ਕੇ ਲੈਂਪੇਡੂਸਾ ਟਾਪੂ ਤੇ ਮੁੱਖ ਭੂਮੀ ਵੱਲ ਕੱਢਣ ਦੀ ਯੋਜਨਾ ਬਣਾ ਰਿਹਾ। ਗ੍ਰਹਿ ਮੰਤਰਾਲਾ ਦੇ ਅੰਕੜਿਆਂ ਦੇ ਅਨੁਸਾਰ 17 ਫਰਵਰੀ ਤੱਕ ਇਸ ਸਾਲ ਕੁੱਲ 9254 ਅਨਿਯਮਿਤ ਪ੍ਰਵਾਸੀ ਇਟਲੀ ਪਹੁੰਚੇ ਨੇ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਨੇ। 2022 ਦੇ ਵਿੱਚ ਲਗਭਗ 1,04,000 ਅਨਿਯਮਿਤ ਪ੍ਰਵਾਸੀ ਇਟਲੀ ਪਹੁੰਚੇ ਸਨ। ਸ੍ਰੀਲੰਕਾ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਵੀਜ਼ਾ ਪ੍ਰੋਸੈਸਿੰਗ ਸੈਂਟਰ ਨੇ ਸੁਰੱਖਿਆ ਕਾਰਨਾਂ ਕਰਕੇ ਅਸਥਾਈ ਤੌਰ ਤੇ ਬੰਦ ਕਰਨ ਤੋਂ ਬਾਅਦ ਸੋਮਵਾਰ ਨੂੰ ਕੰਮ ਸ਼ੁਰੂ ਕਰ ਦਿੱਤਾ। ਹਾਈ ਕਮਿਸ਼ਨ ਨੇ 15 ਫਰਵਰੀ ਨੂੰ ਜਾਰੀ ਆਪਣੇ ਬਿਆਨ ਵਿੱਚ ਘੋਸ਼ਣਾ ਕੀਤੀ ਸੀਗੀ ਕਿ ਸੁਰੱਖਿਆ ਸੰਬੰਧੀ ਵਾਪਰੀ ਇੱਕ ਘਟਨਾ ਕਾਰਨ ਵੀਜ਼ਾ ਐਪਲੀਕੇਸ਼ਨ ਸੈਂਟਰ IVS ਪ੍ਰਾਈਵੇਟ ਲਿਮਟਿਡ ਕੋਲੰਬੋ ਅਗਲੇ ਨੋਟਿਸ ਤੱਕ ਬੰਦ ਰਹੇਗਾ। ਪੁਲਿਸ ਸੂਤਰਾਂ ਦੇ ਅਨੁਸਾਰ ਭਾਰਤੀ ਹਾਈ ਕਮਿਸ਼ਨ ਨੇ ਵੀਜ਼ਾ ਸੈਂਟਰ ਤੇ ਚੋਰੀ ਦੀ ਕਥਿਤ ਘਟਨਾ ਕਰਕੇ ਵੀਜ਼ਾ ਪ੍ਰੋਸੈਸਿੰਗ ਆਪਰੇਸ਼ਨ ਬੰਦ ਕਰ ਦਿੱਤਾ ਹੈ। ਸਾਰੇ ਬਿਨੇਕਾਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਪਹਿਲਾਂ ਲਏ ਗਏ ਸਮੇਂ ਨੂੰ ਮੁੜ ਨਿਰਧਾਰਤ ਕਰਨ। ਹਾਲਾਂਕਿ ਵੀਜ਼ਾ ਐਪਲੀਕੇਸ਼ਨ ਸੈਂਟਰ ਨੇ ਸੋਮਵਾਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤ ਸਰਕਾਰ ਨੇ ਜਾਲੀ ਪਾਸਪੋਰਟ ਬਣਾਉਣ ਵਾਲੀਆਂ ਵੈਬਸਾਈਟਾਂ ਦੇ ਵਿਰੁੱਧ ਨਾਗਰਿਕਾਂ ਨੂੰ ਚੇਤਾਵਨੀ ਦੇਣ ਦੇ ਲਈ ਇੱਕ ਨਵੀਂ ਸਲਾਹ ਜਾਰੀ ਕੀਤੀ ਹੈ। ਜੇਕਰ ਤੁਸੀਂ ਵੀ ਪਾਸਪੋਰਟ ਬਣਾਉਣ ਦੇ ਲਈ ਕਿਸੇ ਵੈਬਸਾਈਟ ਦੀ ਵਰਤੋਂ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਦੇ ਲਈ ਅਹਿਮ ਹੋ ਸਕਦੀ ਹੈ। ਦਰਅਸਲ ਸਰਕਾਰ ਦੀਆਂ ਨਜ਼ਰਾਂ ਵਿੱਚ ਕਈ ਅਜਿਹੀਆਂ ਵੈਬਸਾਈਟਸ ਸਾਹਮਣੇ ਆਈਆਂ ਜੋ ਭਾਰਤੀਆਂ ਦੇ ਪਾਸਪੋਰਟ ਬਣਾਉਣ ਦਾ ਦਾਅਵਾ ਕਰਦੀਆਂ ਨੇ ਅਤੇ ਅਸਲ ਵਿੱਚ ਫਰਜ਼ੀ ਨੇ। ਇਹ ਫਰਜ਼ੀ ਵੈਬਸਾਈਟਾਂ ਦੇ ਨਾ ਕੇਵਲ ਪਾਸਪੋਰਟ ਹਾਸਲ ਕਰਨ ਦੇ ਲਈ ਉਪਭੋਗਤਾਵਾਂ ਤੋਂ ਉਹਨਾਂ ਦੀ ਜਾਣਕਾਰੀ ਇਕੱਠੀ ਕਰ ਰਹੀਆਂ ਨੇ, ਸਗੋਂ ਉਹਨਾਂ ਤੋਂ ਮੁਲਾਕਾਤ ਤੈਅ ਕਰਨ ਨੂੰ ਲੈ ਕੇ ਭਾਰੀ ਚਾਰਜ ਵੀ ਵਸੂਲ ਰਹੀਆਂ ਨੇ। ਭਾਰਤ ਸਰਕਾਰ ਨੇ ਕਿਹਾ ਕਿ ਨਾਗਰਿਕਾਂ ਨੂੰ ਇਹਨਾਂ ਵੈਬਸਾਈਟਾਂ ਤੇ ਜਾਣ ਦੀ ਸਲਾਹ ਨਹੀਂ ਦਿੱਤੀ ਜਾਂਦੀ, ਨਾ ਹੀ ਕਿਸੇ ਕਿਸਮ ਦੇ ਭੁਗਤਾਨ ਦੀ ਸਲਾਹ ਦਿੱਤੀ ਜਾਂਦੀ ਹੈ। ਸਰਕਾਰ ਨੇ ਪਾਸਪੋਰਟ ਬਣਾਉਣ ਵਾਲੀਆਂ 6 ਵੈਬਸਾਈਟਾਂ ਦੇ ਨਾਮ ਫਰਜ਼ੀ ਕੀਤੇ ਨੇ ਜੋ ਪੂਰੀ ਤਰ੍ਹਾਂ ਫਰਜ਼ੀ ਨੇ। ਸਿਓਲ ਸਥਿਤ ਮਨੁੱਖੀ ਅਧਿਕਾਰ ਸਮੂਹ ਨੇ ਮੰਗਲਵਾਰ ਨੂੰ ਇੱਕ ਰਿਪੋਰਟ ਵਿੱਚ ਕਿਹਾ ਕਿ ਹਜ਼ਾਰਾਂ ਉੱਤਰੀ ਕੋਰੀਆਈ ਅਤੇ ਦੱਖਣੀ ਕੋਰੀਆਈ, ਜਾਪਾਨ ਅਤੇ ਚਾਈਨਾ ਦੇ ਲੋਕ ਭੂਮੀਗਤ ਪਰਮਾਣੂ ਪ੍ਰੀਖਣ ਸਾਈਟ ਤੋਂ ਭੂਮੀਗਤ ਪਾਣੀ ਵਿੱਚ ਫੈਲਣ ਵਾਲੇ ਰੇਡੀਓ ਐਕਟਿਵ ਸਮੱਗਰੀ ਦੇ ਸੰਪਰਕ ਵਿੱਚ ਆ ਸਕਦੇ ਨੇ। ਅਮਰੀਕਾ ਅਤੇ ਦੱਖਣੀ ਕੋਰੀਆ ਦੀਆਂ ਸਰਕਾਰਾਂ ਦੇ ਅਨੁਸਾਰ ਉੱਤਰੀ ਕੋਰੀਆ ਨੇ ਪਹਾੜੀ ਉੱਤਰੀ ਸੂਬੇ ਦੇ ਪੁੰਗੇਂਗੇ ਸਾਈਟ ਤੇ 2006 ਤੋਂ 2017 ਦੇ ਦਰਮਿਆਨ ਗੁਪਤ ਤੌਰ ਤੇ 6 ਪਰਮਾਣੂ ਹਥਿਆਰਾਂ ਦੇ ਪ੍ਰੀਖਣ ਕੀਤੇ। ਟ੍ਰਾਂਜ਼ੀਸ਼ਨਲ ਜਸਟਿਸ ਵਰਕਿੰਗ ਗਰੁੱਪ ਦੇ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਰੇਡੀਓ ਐਕਟਿਵ ਸਮੱਗਰੀ ਸਾਈਟ ਦੇ ਨੇੜੇ 8 ਸ਼ਹਿਰਾਂ ਅਤੇ ਕਾਉਂਟੀਆਂ ਵਿੱਚ ਫੈਲ ਸਕਦੀ ਹੈ। ਮਿਲੀਅਨ ਤੋਂ ਵੱਧ ਉੱਤਰੀ ਕੋਰੀਆ ਦੇ ਘਰ ਇਸ ਸਥਾਨ ਤੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਪੀਣ ਸਮੇਤ ਰੋਜ਼ਾਨਾ ਜੀਵਨ ਵਿੱਚ ਕੀਤੀ ਜਾਂਦੀ ਹੈ। ਕੈਨੇਡੀਅਨ ਚੋਣਾਂ ਵਿੱਚ ਚੀਨੀ ਦਖਲ ਦਾ ਮਸਲਾ ਜਿੱਥੇ ਮੁੜ ਭਖਦਾ ਜਾ ਰਿਹਾ, ਉੱਥੇ ਹੀ ਨਵਾਂ ਮੋੜ ਵੀ ਲੈ ਰਿਹਾ ਹੈ। ਤਾਜ਼ਾ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚਾਈਨਾ ਦੇ ਸਿੱਧੇ ਦਖਲ ਕਾਰਨ ਹੀ BC ਵਿੱਚ ਕੰਜ਼ਰਵੇਟਿਵ ਪਾਰਟੀ ਦੇ 2 ਪਾਰਲੀਮੈਂਟ ਮੈਂਬਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 2021 ਦੀਆਂ ਚੋਣਾਂ ਦੇ ਵਿੱਚ ਸਟੀਵਸਟਨ ਰਿਚਮੰਡ ਈਸਟ ਤੋਂ ਟੋਰੀ MP ਕੈਨੀ ਚੂ ਨੂੰ ਪਰਮ ਬੈਂਸ ਹੱਥੋਂ ਹਾਰ ਮਿਲੀ, ਜਦਕਿ ਰਿਚਮੰਡ ਸੈਂਟਰ ਤੋਂ ਲੰਮਾ ਸਮਾਂ MP ਰਹੀ ਐਲਿਸ ਵੌਂਗ ਵੀ ਹਾਰ ਗਈ। ontario ਦੇ ਮਿਲਟਨ ਸ਼ਹਿਰ ਦੇ ਵਿੱਚ ਐਤਵਾਰ ਸਵੇਰੇ ਭਾਰਤੀ ਲੋਕਾਂ ਦੀ ਆਬਾਦੀ ਵਾਲੇ ਇਲਾਕੇ 'ਚ ਗੋਲੀਬਾਰੀ ਦੇ ਦੌਰਾਨ ਇੱਕ ਜਣੇ ਦੀ ਮੌਤ ਹੋਈ, ਜਦਕਿ 2 ਜਣਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਹਾਲਟਨ ਰੀਜਨ ਦੀ ਪੁਲਿਸ ਨੇ ਦੱਸਿਆ ਕਿ ਇੱਕ ਘਰ ਅੰਦਰ ਗੋਲੀਆਂ ਚੱਲੀਆਂ। ਜਦੋਂ ਇਤਲਾਹ ਮਿਲੀ ਤਾਂ ਪੁਲਿਸ ਅਫਸਰ ਮੌਕੇ ਤੇ ਪੁੱਜ ਗਏ। ਬੀਤੇ ਸਾਲ ਯੂਕਰੇਨ ਤੋਂ ਪਰਤੇ ਕਈ MBBS ਵਿਦਿਆਰਥੀ ਹੁਣ ਦੂਜੇ ਦੇਸ਼ਾਂ ਵਿੱਚ ਆਪਣਾ ਭਵਿੱਖ ਭਾਲ ਰਹੇ ਨੇ। ਪੇਰੈਂਟਸ ਐਸੋਸੀਏਸ਼ਨ ਆਫ ਯੂਕਰੇਨ MBBS ਵਿਦਿਆਰਥੀਆਂ ਦਾ ਅਨੁਮਾਨ ਹੈ ਕਿ ਪਿਛਲੇ ਸਾਲ ਭਾਰਤ ਪਰਤੇ 18,000 ਮੈਡੀਕਲ ਦੇ ਵਿਦਿਆਰਥੀਆਂ ਚੋਂ 5,000 ਤੋਂ 7,000 ਤਾਂ ਜਾਰਜੀਆ, ਰੂਸ, ਸਰਬੀਆ, ਉਜ਼ਬੇਕਿਸਤਾਨ, ਰੂਸ,
ਸਰਬੀਆ, ਕਿਰਗਿਸਤਾਨ, ਕਾਜ਼ਖਸਤਾਨ ਅਤੇ ਮੋਲਦੇਵਾ ਦੀਆਂ ਯੂਨੀਵਰਸਿਟੀਜ਼ ਦੇ ਵਿੱਚ ਟ੍ਰਾਂਸਫਰ ਹੋ ਗਏ ਨੇ ਜਾਂ ਫਿਰ ਟ੍ਰਾਂਸਫਰ ਹੋਣ ਦੀ ਪ੍ਰਕਿਰਿਆ ਵਿੱਚ ਨੇ। ਇੱਕ ਮੀਡੀਆ ਰਿਪੋਰਟ ਦੇ ਵਿੱਚ ਚੇਨਈ ਸਥਿਤ ਮੈਡੀਕਲ ਐਜੂਕੇਸ਼ਨ ਕੰਸਲਟਿੰਗ ਫਰਮ ਮੈਡੀਸਿਟਸ ਐਬਰੋਡ ਦੇ ਨਿਰਦੇਸ਼ਕ ਐਮ ਕਾਲੀਦਾਸ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਉਹਨਾਂ ਵਿੱਚ 60 ਤੋਂ 70% ਦੀ ਆਨਲਾਈਨ ਪੜ੍ਹਾਈ ਜਾਰੀ ਰੱਖੇ ਹੋਏ ਨੇ ਅਤੇ ਇਹਨਾਂ ਵਿਦਿਆਰਥੀਆਂ ਵਿੱਚ ਖਾਸ ਤੌਰ ਤੇ ਚੌਥੇ ਸਾਲ ਬਾਅਦ ਵਿਵਹਾਰਿਕ ਜਮਾਤਾਂ ਦੀ ਸਖਤ ਲੋੜ ਹੋਏਗੀ, ਜਦਕਿ ਯੂਕਰੇਨ ਦੇ ਪੂਰਬੀ ਹਿੱਸੇ 'ਚ ਕੁਝ ਯੂਨੀਵਰਸਿਟੀਜ਼ ਜੰਗ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਨੇ। ਇਸ ਲਈ ਵਿਦਿਆਰਥੀਆਂ ਦੇ ਕੋਲ ਵਾਪਸ ਜਾਣ ਦਾ ਕੋਈ ਮੌਕਾ ਨਹੀਂ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਯੂਨੀਵਰਸਿਟੀਜ਼ ਨੇ ਆਪਣੇ ਵਿਦਿਆਰਥੀਆਂ ਨੂੰ ਯੂਕਰੇਨ ਦੇ ਪੱਛਮੀ ਹਿੱਸੇ ਵਿੱਚ ਚੱਲਦੇ ਕਾਲਜਾਂ 'ਚ ਟ੍ਰਾਂਸਫਰ ਕਰ ਦਿੱਤਾ ਹੈ। ਕਾਲੀਦਾਸ ਦੱਸਦੇ ਨੇ ਕਿ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਨੇ ਆਪਣੇ ਵਿਦਿਆਰਥੀਆਂ ਨੂੰ ਇਵਾਨੋ ਫ੍ਰੈਂਕੋਵਿਸਕ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ ਟ੍ਰਾਂਸਫਰ ਕੀਤਾ ਹੈ। ਵਿਦੇਸ਼ ਤੋਂ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਦੇ ਅਨੁਸਾਰ ਗੁਰਦਾਸਪੁਰ ਦੇ ਪਿੰਡ ਨਾਨੋਵਾਲ ਖੁਰਦ ਦੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਆਸਟ੍ਰੇਲੀਆ ਵਿੱਚ ਮੌਤ ਹੋ ਗਈ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ 24 ਸਾਲ ਦੇ ਅੰਮ੍ਰਿਤਪਾਲ ਸਿੰਘ ਪੁੱਤਰ ਜਸਪਾਲ ਸਿੰਘ 2017 ਵਿੱਚ ਉੱਚ ਵਿੱਦਿਆ ਦੇ ਲਈ ਆਸਟ੍ਰੇਲੀਆ ਦੇ ਸ਼ਹਿਰ ਪਰਥ ਗਿਆ ਸੀ, ਜਿੱਥੇ ਉਹ ਆਪਣੀ ਪੜ੍ਹਾਈ ਕਰਨ ਤੋਂ ਬਾਅਦ ਵਰਕ ਪਰਮਿਟ ਉੱਤੇ ਕੰਮ ਕਰ ਰਿਹਾ ਸੀ। ਮ੍ਰਿਤਕ ਦੇ ਪਿਤਾ ਜਸਪਾਲ ਸਿੰਘ ਅਤੇ ਤਾਏ ਰਵਿੰਦਰ ਸਿੰਘ ਨੇ ਦੱਸਿਆ ਕਿ 18 ਫਰਵਰੀ ਨੂੰ ਜਦੋਂ ਅੰਮ੍ਰਿਤਪਾਲ ਸਿੰਘ ਕੰਮ ਤੋਂ ਘਰ ਆਇਆ ਤਾਂ ਕੁਝ ਸਮੇਂ ਬਾਅਦ ਅਚਾਨਕ ਹੀ ਉਸ ਦੀ ਮੌਤ ਹੋ ਗਈ। ਉਹਨਾਂ ਨੇ ਦੱਸਿਆ ਕਿ ਤਾਏ ਰਵਿੰਦਰ ਸਿੰਘ ਦੇ ਆਸਟ੍ਰੇਲੀਆ ਰਹਿੰਦੇ ਪੁੱਤਰ ਮਨਪ੍ਰੀਤ ਸਿੰਘ ਨੇ ਇਸ ਮੰਦਭਾਗੀ ਖਬਰ ਤੋਂ ਸਾਰਿਆਂ ਨੂੰ ਜਾਣੂ ਕਰਾਇਆ। ਇਸ ਮੌਕੇ ਮ੍ਰਿਤਕ ਦੇ ਪਿਤਾ ਜਸਪਾਲ ਸਿੰਘ ਤੇ ਮਾਤਾ ਜਸਵੀਰ ਕੌਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਇਸ ਲਈ ਮਾਪਿਆਂ ਨੇ ਆਸਟ੍ਰੇਲੀਆ ਪੜ੍ਹਨ ਵਾਸਤੇ ਭੇਜਿਆ ਸੀ। ਉਹਨਾਂ ਨੇ ਪੰਜਾਬ, ਕੇਂਦਰ ਅਤੇ ਆਸਟ੍ਰੇਲੀਆ ਦੀ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦੀ ਪੰਜਾਬ ਭੇਜਣ ਦਾ ਪ੍ਰਬੰਧ ਕੀਤਾ ਜਾਏ। ਤੁਰਕੀ ਵਿੱਚ ਸੋਮਵਾਰ ਨੂੰ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੇਸ਼ ਦੇ ਗ੍ਰਹਿ ਮੰਤਰੀ ਸੁਲੇਮਾਨ ਨੇ ਕਿਹਾ ਕਿ ਕੱਲ ਤੁਰਕੀ ਅਤੇ ਸੀਰੀਆ ਵਿੱਚ ਆਏ 6.4 ਤੀਬਰਤਾ ਦੇ ਭੂਚਾਲ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 213 ਲੋਕ ਜ਼ਖਮੀ ਹੋ ਗਏ। ਭੂਚਾਲ ਵਿੱਚ ਢਹਿ ਹੋਈਆਂ 3 ਇਮਾਰਤਾਂ 'ਚ ਖੋਜ ਅਤੇ ਬਚਾਅ ਕੰਮ ਜਾਰੀ ਨੇ। ਇਹਨਾਂ ਇਮਾਰਤਾਂ ਦੇ ਵਿੱਚ ਕੁਝ 5 ਲੋਕਾਂ ਨੇ ਫਸੇ ਹੋਣ ਦਾ ਖਦਸ਼ਾ ਹੈ। ਭੂਚਾਲ ਦੇ ਤਾਜ਼ਾ ਝਟਕਿਆਂ ਨੇ ਤੁਰਕੀ ਅਤੇ ਸੀਰੀਆ ਦੇ ਉਹਨਾਂ ਕੁਝ ਹਿੱਸਿਆਂ ਨੂੰ ਫਿਰ ਦਹਿਲਾ ਦਿੱਤਾ ਜੋ 2 ਹਫ਼ਤੇ ਪਹਿਲਾਂ ਵੱਡੇ ਪੈਮਾਨੇ ਤੇ ਆਏ ਭੂਚਾਲ ਨਾਲ ਤਬਾਹ ਹੋ ਗਏ ਸਨ। ਉਸ ਭੂਚਾਲ ਵਿੱਚ ਲਗਭਗ 45,000 ਲੋਕ ਮਾਰੇ ਗਏ ਸੀ। ਅਧਿਕਾਰੀਆਂ ਨੇ ਕਿਹਾ ਕਿ ਕਈ ਇਮਾਰਤਾਂ ਢਹਿ ਗਈਆਂ ਨੇ ਅਤੇ ਉਹਨਾਂ ਵਿੱਚ ਰਹਿੰਦੇ ਲੋਕ ਫਸ ਗਏ ਨੇ। ਦੋਵਾਂ ਦੇਸ਼ਾਂ ਵਿੱਚ ਕਈ ਲੋਕ ਜ਼ਖਮੀ ਹੋਏ ਨੇ, ਪਰ ਮ੍ਰਿਤਕਾਂ ਦੇ ਬਾਰੇ ਵਿੱਚ ਤੁਰੰਤ ਕੋਈ ਜਾਣਕਾਰੀ ਨਹੀਂ ਮਿਲ ਸਕੀ। ਸੋਮਵਾਰ ਨੂੰ ਆਏ ਭੂਚਾਲ ਦਾ ਕੇਂਦਰ ਤੁਰਕੀ ਦੇ ਹੱਠੇ ਸੂਬੇ ਦਾ ਡੇਨਫੇ ਸ਼ਹਿਰ ਸੀ, ਜੋ 6 ਫਰਵਰੀ ਨੂੰ ਆਏ 7.8 ਤੀਬਰਤਾ ਦੇ ਭੂਚਾਲ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ 'ਚੋਂ ਇੱਕ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸਿਹਤ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਪੁਤਿਨ ਦੀ ਬਿਮਾਰੀ ਦੇ ਲੱਛਣ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਵੀ ਦਾਅਵਾ ਕੀਤਾ ਗਿਆ ਸੀ, ਹਾਲਾਂਕਿ ਅਧਿਕਾਰਤ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਸੀ। ਹੁਣ ਦਾ ਮਿਰਰ ਨੇ ਰੂਸੀ ਟੈਲੀਗ੍ਰਾਮ ਚੈਨਲ ਜਰਨਲ ਐਸਵੀਅਰ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਹੈ ਕਿ 70 ਸਾਲਾ ਰੂਸੀ ਰਾਸ਼ਟਰਪਤੀ ਮਾਰਚ ਦੇ ਸ਼ੁਰੂ ਵਿੱਚ ਇਲਾਜ ਕਰਵਾਉਣਗੇ। 5 ਮਾਰਚ ਤੋਂ ਪੁਤਿਨ ਦਾ ਲਗਾਤਾਰ ਇਲਾਜ ਕੀਤਾ ਜਾਏਗਾ। ਪਿਛਲੇ ਦਿਨੀ ਇੱਕ ਵੀਡੀਓ 'ਚ ਦਾਅਵਾ ਕੀਤਾ ਗਿਆ ਸੀਗਾ ਕਿ ਪੁਤਿਨ ਗੰਭੀਰ ਰੂਪ ਵਿੱਚ ਬਿਮਾਰ ਨੇ। ਦਰਅਸਲ ਪਿਛਲੇ ਦਿਨੀ ਉਹਨਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਪੁਤਿਨ ਆਪਣੀਆਂ ਲੱਤਾਂ ਨੂੰ ਝਟਕਾ ਦਿੰਦੇ ਹੋਏ ਨਜ਼ਰ ਆਏ ਸਨ। ਇਸ ਵੀਡੀਓ 'ਚ ਸਪਸ਼ਟ ਤੌਰ ਤੇ ਸਾਹਮਣੇ ਆ ਰਿਹਾ ਸੀਗਾ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।